ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸੰਬਰ ਦਾ ਮਹੀਨਾ ਤਕਰੀਬਨ ਅੱਧੇ ਤੋਂ ਜ਼ਿਆਦਾ ਖਤਮ ਹੋ ਚੁੱਕਾ ਹੈ ਔਰ ਪੋਹ ਦਾ ਮਹੀਨਾ ਜਿਹੜਾ ਜਿਹਨੂੰ ਅਸੀਂ ਦੇਸੀ ਮਹੀਨੇ ਦੇ ਵਿੱਚ ਪੋਹ ਦਾ ਮਹੀਨਾ ਕਰਕੇ ਜਾਣਦੇ ਹਾਂ, ਇੱਕ ਐਸਾ ਮਹੀਨਾ ਹੋ ਨਿਬੜਦਾ ਹੈ ਜਿੱਥੇ ਠੰਡ ਅੱਤ ਦੀ ਔਰ ਬਹੁਤ ਜ਼ਿਆਦਾ ਪੰਜਾਬ ਦੇ ਖਿੱਤੇ ਦੇ ਵਿੱਚ ਔਰ ਉੱਤਰੀ ਭਾਰਤ ਦੇ ਹਿੱਸੇ ਦੇ ਵਿੱਚ ਹੁੰਦੀ ਹੈ। ਇਹ ਪੋਹ ਦੇ ਮਹੀਨੇ ਦੇ ਵਿੱਚ ਸਾਡੇ ਕੋਲ ਕੁਰਬਾਨੀਆਂ ਦੀ ਝੜੀ ਲੱਗ ਜਾਂਦੀ ਹੈ। ਇਤਿਹਾਸਕ ਤੌਰ ਦੇ ਉੱਤੇ ਜਦੋਂ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਔਰ ਉਸ ਕਿਲ੍ਹਾ ਛੱਡਣ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਦਾ ਜਿਹੜਾ ਵਿਛੋੜਾ ਸਰਸਾ ਨਦੀ ਦੇ ਉੱਤੇ ਹੋਇਆ, ਬੜੇ ਕੀਮਤੀ ਸਿੰਘ ਜਿਹੜੇ ਉਹਨਾਂ ਤੋਂ ਵਿਛੜ ਗਏ, ਹੀਰਿਆਂ ਵਰਗੇ ਉਹਨਾਂ ਦੇ ਸਾਹਿਬਜ਼ਾਦੇ ਪੁੱਤਰ ਤੇ ਹੋਰ ਬੇਅੰਤ ਪਰਿਵਾਰ, ਮਾਤਾ ਜੀ, ਸਾਰੇ ਵੱਖਰੋ ਵੱਖਰੇ ਹੋ ਕੇ ਪਰਿਵਾਰ ਖੇਰੂ ਖੇਰੂ ਹੋ ਕੇ ਵੰਡਿਆ ਗਿਆ। ਉਸ ਤੋਂ ਬਾਅਦ ਕੁਰਬਾਨੀਆਂ ਦਾ ਸਿਲਸਿਲਾ ਚੱਲਦਾ ਹੈ, ਜਿੱਥੇ ਬੇਅੰਤ ਸਿੰਘਾਂ ਦੀਆਂ ਕੁਰਬਾਨੀਆਂ, ਚਮਕੌਰ ਦੀ ਗੜੀ, ਫਤਿਹਗੜ੍ਹ ਸਾਹਿਬ ਸਰਹੰਦ ਦੇ ਵਿੱਚ ਦੀਵਾਰਾਂ ਦੇ ਵਿੱਚ ਛੋਟੇ ਬੱਚਿਆਂ ਦਾ ਚਿੜੇ ਜਾਣਾ, ਇੱਕ ਤਰ੍ਹਾਂ ਦੀ ਲਹਿਰ ਹੀ ਤੁਰ ਪੈਂਦੀ ਕੁਰਬਾਨੀਆਂ ਦੀ। ਇਹਨਾਂ ਮਹੀਨਿਆਂ ਦੇ ਵਿੱਚ ਜਿੱਥੇ ਪੰਜਾਬ ਦੇ ਲੋਕ, ਪੰਜਾਬ ਦੇ ਉਸ ਇਤਿਹਾਸ ਦੇ ਪੈਰੋਕਾਰ, ਗੁਰੂ ਨਾਨਕ ਨਾਮ ਲੇਵਾ ਸੰਗਤ, ਇਨਸਾਨੀ ਦਰਦ ਰੱਖਣ ਵਾਲੇ ਲੋਕ ਭੁੰਜੇ ਸੌਂਦੇ, ਅੱਜ ਉਹ ਸੱਚਾਈ ਸਾਡੇ ਸਾਹਮਣੇ ਇੱਕ ਨਵੇਂ ਰੂਪ ਦੇ ਵਿੱਚ ਵਾਪਰ ਰਹੀ ਹੈ। ਕਿਸਾਨੀ ਸੰਘਰਸ਼ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸਾਡੇ ਕਿਸਾਨ ਭੈਣ ਭਰਾ ਜਿਹੜੇ ਹੱਥ ਸਾਨੂੰ ਰੋਟੀ ਉਗਾ ਕੇ ਦਿੰਦੇ ਹੈ, ਜਿਹੜੀਆਂ ਮਾਤਾਵਾਂ ਸਾਨੂੰ ਰੋਟੀ ਬਣਾ ਕੇ ਖਿਲਾਉਂਦੀਆਂ ਰਹੀਆਂ, ਉਹ ਠੰਡ ਦੇ ਵਿੱਚ ਬਾਹਰ ਤੰਬੂਆਂ ਦੇ ਹੇਠ ਜਾਂ ਪੱਧਰੇ ਟਰਾਲੀਆਂ ਦੇ ਵਿੱਚ, ਰਜਾਈਆਂ ਦੇ ਉੱਤੇ ਜਾਂ ਗੱਦਿਆਂ ਦੇ ਉੱਤੇ ਬਿਲਕੁਲ ਨਾਮ ਮਾਤਰ ਸਮਾਨ ਵਰਤੋਂ ਕਰਕੇ ਆਪਣੇ ਘਰਾਂ ਤੋਂ ਬਾਹਰ ਪੈਂਦੀ ਉਸ ਦੇ ਵਿੱਚ, ਪੈਂਦੀ ਠੰਡ ਦੇ ਵਿੱਚ ਦਿਨ ਕਟੀ ਕਰ ਰਹੇ ਹਨ। ਇਹ ਜਿਹੜੇ ਇਤਿਹਾਸਕ ਖੂਨੀ ਮਹੀਨੇ ਨਿਕਲੇ ਨੇ ਸਾਡੇ ਸਾਹਮਣੇ, ਜਿਹੜੇ ਹੁਣ ਦਿਨ ਨਿਕਲ ਰਹੇ ਨੇ, ਜਿਹੜੇ ਆਉਣ ਵਾਲੇ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਇਤਿਹਾਸ ਨੂੰ ਅਸੀਂ ਉਹ ਯਾਦ ਕਰਾਂਗੇ, ਆਪਣੇ ਆਪ ਨੂੰ ਸਮਰਪਣ ਕਰਾਂਗੇ। ਸਿੱਖ ਕੌਮ ਦੀ ਇਤਿਹਾਸ ਨੂੰ ਬੜੀ ਨੇੜਿਓਂ ਵਾਚਣ ਵਾਲੇ ਸਾਡੇ ਕੌਮ ਦੇ ਹੀਰੇ ਕਹਿ ਲਓ, ਜਿਨ੍ਹਾਂ ਨੇ ਕਵਿਤਾ ਗੰਜੇ ਸ਼ਹੀਦਾਂ ਸ਼ਹੀਦਾਂ ਵਫਾ ਲਿਖੀਆਂ, ਅੱਲਾ ਯਾਰ ਖਾਂ ਜੋਗੀ, ਉਹਨਾਂ ਤੋਂ ਪ੍ਰੇਰਣਾ ਰੂਪ ਲੈ ਕੇ ਸ਼ਬਦ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਪ੍ਰੇਰਣਾ ਰੂਪ ਸ਼ਬਦ ਲੈ ਕੇ ਸਾਡੇ ਕਿਸਾਨ ਵੀਰ ਉੱਥੇ ਲੱਗੇ ਹੋਏ ਨੇ, ਆਪਣੀਆਂ ਜਾਨਾਂ ਵਾਰਨ ਤੱਕ ਉਹ ਆ ਚੁੱਕੇ ਨੇ ਔਰ ਬਹੁਤ ਸਾਰੇ ਵੀਰ ਸਾਡੇ ਵਿਛੜ ਵੀ ਗਏ ਨੇ ਸਾਡੇ ਤੋਂ। रुखसत दो अब खुशी से कि जाने फिदा करें, दुनिया से जब और ज़ोर का हम खात्मा करें, हासिल सरों को दे के खुदा की रज़ा करें, नाम अपने बाप दादे का मरकर सिवा करें, गिरिया को जब्त करके बहुत दादी जान ने, बहुत आलीशान ने, वारी गई लो जाओ कहा दादी जान ने। सो साडी दादी माँ की असीस है सानू, माता गुजर कौर दी, जिन्हां ने सानू असीस दे के तोरिया है कि हुण जे तुसी तुरे हो घरां तो बिल्कुल जाना फिदा करन वास्ते, हक की लड़ाई लैण वास्ते, किसान जिहड़े साडे भरा निकले हन ਉਹ बिल्कुल अपना आप वारन वास्ते उतावले हन और डट के मोर्चे दे विच पंजाब दे तो आके और होर दुनिया अपना हिंदुस्तान के खित्तियां तो आके दिल्ली का घेराव करके दिल्ली दे विच जिहड़ा वो अपना योगदान पा रहे हैं। जिथे असी बाहर बैठे लोग या जिहड़ियां लोकल संस्थावां काम कर रही ने उन्हां दे नाल मोढे नाल मोढा जोड़ के खड़े हाँ। उत्थे यूनाइटेड सिक्स के प्लेटफॉर्म तो अज मैं चल रहे किसानी संघर्ष के शहीदों लई 1 करोड़ की राशि नूं राखवां करन दा ऐलान करदा हाँ। सो साडे जिन्ने भी बाहर बैठे डायस्पोरा दे सिख ने, इंसानी हक्कां हकूकां नूं प्यार करन वाले साडे भरा ने, साडियां भैणां वां, साडियां मातावां, कंमां कारां वाले बिजनेसमैन, असीं उन्हां दे नाल काम करांगे, उन्हां दे नाल बड़ा क्लोजली तालमेल रख के साडे जिन्ने भी चैप्टर ने आस्ट्रेलिया, न्यूजीलैंड, इंग्लैंड, फ्रांस, बेल्जियम, आयरलैंड, कैनेडा, आस्ट्रेलिया, USA, पाकिस्तान और इंडिया, सारे दे सारे असी इकट्ठे हो के काम कर रहे हैं
ਔਰ ਕੰਮ ਕਰਕੇ ਕੱਲੇ ਕੱਲੇ ਮੁਲਕ ਦੇ ਵਿੱਚੋਂ ਜਿੰਨਾ ਵੀ ਯੋਗਦਾਨ ਪੈ ਸਕਦਾ ਹੈ ਸਾਡੇ ਬਿਜ਼ਨਸਮੈਨ ਭਰਾਵਾਂ ਦੇ ਥਰੂ ਅਸੀਂ ਉਹ ਮਾਇਆ ਇਕੱਤਰ ਕਰਕੇ ਉਹਨਾਂ ਸ਼ਹੀਦ ਪਰਿਵਾਰਾਂ ਦੇ ਵਿੱਚ ਜਿਹੜੇ ਚੱਲਦੇ ਸੰਘਰਸ਼ ਦੇ ਵਿੱਚ ਯੋਗਦਾਨ ਆਪਣਾ ਪਾ ਰਹੇ ਹਨ। ਅਲਟੀਮੇਟ ਉਹਨਾਂ ਨੇ ਸੈਕਰੀਫਾਈਸ ਦਿੱਤਾ ਹੈ, ਆਪਣੀ ਜਾਨ ਨਿਸ਼ਾਵਰ ਕੀਤੀ ਹੈ। ਉਹਨਾਂ ਵਾਸਤੇ ਯੂਨਾਈਟਿਡ ਸਿੱਖਸ ਵੱਲੋਂ 1 ਕਰੋੜ ਰੁਪਈਆ ਜਿਹੜਾ ਹੈ ਉਹ ਰਾਸ਼ੀ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਉਹਨਾਂ ਦੀ ਦੇਖਭਾਲ ਕਰ ਸਕੀਏ। ਸੋ ਸਾਨੂੰ ਇਹ ਆਸ ਹੈ, ਸਾਨੂੰ ਉਹ ਉਮੀਦ ਹੈ ਕਿ ਗੁਰੂ ਸਾਹਿਬ ਦੇ ਵਰੋਸਾਏ ਜਿਹੜੇ ਸਾਡੇ ਪਰਿਵਾਰ, ਜਿਹੜਾ ਸਾਡੀ ਕੌਮ, ਜਿਹੜਾ ਸਾਡਾ ਜਜ਼ਬਾ ਹੈ, ਉਸ ਜਜ਼ਬੇ ਦੇ ਚਲਦਿਆਂ ਅਸੀਂ ਕਦੀ ਵੀ ਇਸ ਟੀਚੇ ਤੋਂ ਪਿੱਛੇ ਨਹੀਂ ਰਹਾਂਗੇ, ਬਲਕਿ ਮਾਇਆ ਰੂਪ ਦੇ ਵਿੱਚ ਜਾਂ ਪੈਸੇ ਜਾਂ ਆਪਣਾ ਪਦਾਰਥਾਂ ਵੱਲੋਂ ਕੋਈ ਘਾਟ ਨਹੀਂ ਆਏਗੀ ਔਰ ਬਕਾਇਦਾ ਅਸੀਂ ਇਸ ਤੋਂ ਵੀ ਕਿਤੇ ਵੱਧ ਸੇਵਾ ਕਰਾਂਗੇ। ਹੁਣੇ ਯੂਨਾਈਟਿਡ ਸਿੱਖਸ ਨੇ ਮਸ਼ੀਨਾਂ ਦੀ, ਵਾਸ਼ਿੰਗ ਮਸ਼ੀਨਾਂ ਦੀ ਸੇਵਾ ਕੀਤੀ ਹੈ। ਵਾਸ਼ਿੰਗ ਮਸ਼ੀਨਾਂ ਬਾਰਡਰਾਂ 'ਤੇ ਲੱਗ ਰਹੀਆਂ ਤਾਂ ਕਿ ਸਾਡੇ ਕਿਸਾਨ ਭਰਾਵਾਂ ਦੇ ਜਿਹੜੇ ਕੱਪੜੇ ਨੇ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ, ਉਹ ਧੋ ਕੇ ਮਸ਼ੀਨਾਂ ਦੇ ਵਿੱਚ ਹੀ ਸੁਕਾ ਕੇ ਉਹਨਾਂ ਨੂੰ ਦਿੱਤੇ ਜਾ ਸਕਣ। ਇਸ ਦੇ ਨਾਲ ਨਾਲ ਲੰਗਰ ਦੀ ਸੇਵਾ, ਦਵਾਈਆਂ ਦੀ ਸੇਵਾ, ਐਂਬੂਲੈਂਸ ਦੀ ਸੇਵਾ ਤਾਂ ਆਪ ਸਾਰੇ ਜਾਣਦੇ ਹੀ ਹੋ। ਡਰੋਨ ਰਾਹੀਂ ਫੋਟੋਗ੍ਰਾਫੀ ਜਿਹੜੀ ਯੂਨਾਈਟਿਡ ਸਿੱਖਸ ਦੇ ਸੇਵਾਦਾਰਾਂ ਨੇ ਉੱਥੇ ਜਿਹੜੇ ਅੱਗੇ ਹੋ ਕੇ ਸੇਵਾ ਕਰ ਰਹੇ ਨੇ ਉਹਨਾਂ ਨੇ ਕੀਤੀ ਔਰ ਉਹ ਡਰੋਨ ਦੀ ਸੇਵਾ ਦੇ ਥਰੂ ਸਾਨੂੰ ਪਤਾ ਲੱਗਿਆ ਕਿ ਕਿੰਨਾ ਵੱਡਾ ਇਹ ਸੰਘਰਸ਼ ਹੈ। ਮੈਨੂੰ ਆਪ ਯੂਰਪ ਤੋਂ ਬਹੁਤ ਕਾਲਾਂ ਆਈਆਂ ਜਿਨ੍ਹਾਂ ਨੇ ਕਿਹਾ ਸੀ ਤੁਹਾਡੀ ਡਰੋਨ ਦੀ ਫੁਟੇਜ ਜਿਹੜੀ ਉਹ ਵਰਤਣਾ ਚਾਹੁੰਦੇ ਆ ਔਰ ਉਹਨਾਂ ਵਰਤੀ ਵੀ। ਇਹ ਸਾਂਝਾ ਕੰਮ ਹੈ ਸਾਰੀ ਦੁਨੀਆ ਦੇ ਵਿੱਚ। ਅਸੀਂ ਜਿੱਥੇ ਵੀ ਇਹ ਕੰਮ ਲੋਕ ਜਿਨ੍ਹਾਂ ਨੂੰ ਦਰਦ ਹੈ ਉਹ ਸਾਡੇ ਨਾਲ ਸਾਡਾ ਸਾਥ ਦੇਣ, ਇਸੇ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜਨ। ਯੂਨਾਈਟਿਡ ਸਿੱਖਸ ਇੱਕ ਐਸੀ ਸੰਸਥਾ ਹੈ ਜਿਹਨੂੰ ਕਦੀ ਵੀ ਕੰਮ ਕਰਨ ਦੇ ਵਿੱਚ ਜਾਂ ਪ੍ਰੋਜੈਕਟ ਡਿਲੀਵਰ ਕਰਨ ਦੇ ਵਿੱਚ ਕਦੀ ਕੋਈ ਪ੍ਰੋਬਲਮ ਨਹੀਂ ਆਈ। ਜੇ ਅਸੀਂ ਹੜ੍ਹਾਂ ਲਈ ਕੰਮ ਕੀਤਾ, ਭਾਵੇਂ ਉਹ ਅਸਾਮ ਦੇ ਵਿੱਚ ਸੀਗਾ, ਭਾਵੇਂ ਉਹ ਤਾਮਿਲਨਾਡੂ ਦੇ ਵਿੱਚ ਸੀਗਾ, ਭਾਵੇਂ ਉਹ ਕਰਨਾਟਕਾ ਦੇ ਵਿੱਚ ਸੀਗਾ, ਕੇਰਲਾ ਦੇ ਵਿੱਚ ਸੀਗਾ, ਮਹਾਰਾਸ਼ਟਰ ਦੇ ਵਿੱਚ ਸੀਗਾ ਔਰ ਪੰਜਾਬ ਦੇ ਵਿੱਚ ਸੀਗਾ, ਜਿੱਥੇ ਵੀ ਹੜ੍ਹ ਆਏ ਹੈ ਅਸੀਂ ਜਿੰਨੇ ਹੀ ਮਾਇਆ ਉਹਨਾਂ ਹੜ੍ਹਾਂ ਲਈ ਇਕੱਠੀ ਕੀਤੀ ਓਨੀ ਮਾਇਆ ਲਾਈ। ਕਿਉਂਕਿ ਇੱਦਾਂ ਨਹੀਂ ਹੁੰਦਾ ਕਦੀ ਵੀ ਕਿ ਲੋੜਵੰਦਾਂ ਦੀ ਲੋੜ ਖਤਮ ਹੋ ਜਾਵੇ ਤੇ ਪੈਸੇ ਬਚ ਜਾਣ। ਇਸ ਤਰ੍ਹਾਂ ਕਦੀ ਨਹੀਂ ਹੋਇਆ ਕਰਦਾ। ਸਾਡੇ ਕੋਲ ਗੁਰੂ ਸਾਹਿਬ ਦੇ ਉਦਾਹਰਣ ਨੇ। ਲੰਗਰ ਦੀ ਪਰੰਪਰਾ ਤੋਂ ਅਸੀਂ ਸਿੱਖੀਏ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਵੀ ਲੰਗਰ ਵਰਤਾਇਆ ਕਰਦੇ ਸ਼ਾਮ ਨੂੰ ਪਤੀਲੇ ਮੂਧੇ ਮਾਰ ਦਿੰਦੇ ਸੀਗੇ ਤਾਂ ਕਿ ਜਿੰਨਾ ਵੀ ਸਮਾਨ ਇਕੱਠਾ ਸੰਗਤ ਦੇ ਦਸਵੰਧ ਵਿੱਚੋਂ ਆਉਂਦਾ ਸੀਗਾ ਉਹ ਸਾਰਾ ਦਾ ਸਾਰਾ ਲੋੜਵੰਦਾਂ ਨੂੰ ਸਾਰੀ ਦਿਹਾੜੀ ਵਰਤਾ ਦਿੱਤਾ ਜਾਂਦਾ ਸੀਗਾ। ਹਾਂ, ਇਹ ਤਾਂ ਹੋ ਸਕਦਾ ਵੀ ਜੇ ਕਿਸੇ ਸੰਸਥਾ ਕੋਲ ਸਮਰੱਥਾ ਨਹੀਂ ਕੰਮ ਕਰਨ ਦੀ, ਪੈਸੇ ਉਹਨਾਂ ਨੇ ਇਕੱਠੇ ਕਰ ਲਏ ਤੇ ਡਿਲੀਵਰ ਉਹਨਾਂ ਕੋਲ ਹੋ ਨਹੀਂ ਰਹੇ ਤੇ ਪੈਸੇ ਬਚ ਗਏ, ਉਹ ਇੱਕ ਗੱਲ ਵੱਖਰੀ ਹੈ। ਔਰ ਇਸ ਤਰ੍ਹਾਂ ਜੇ ਮੁਸ਼ਕਲਾਂ ਆਉਂਦੀਆਂ ਤਾਂ ਉਹ ਕੰਮ ਨੂੰ ਕਿਸ ਤਰ੍ਹਾਂ ਨੇਪੜੇ ਚੜਾਉਣਾ ਹੈ, ਕਿਸ ਤਰ੍ਹਾਂ ਉਹ ਕੰਮ ਨੂੰ ਤੋਰਨਾ ਹੈ, ਉਹ ਸਾਡੇ ਕੋਲ ਇੱਕ ਮਹਾਰਾਜ ਦੀ ਬਖਸ਼ਿਸ਼ ਦੇ ਨਾਲ, ਸਾਡੇ ਵਲੰਟੀਅਰਸ ਦੇ ਹਾਰਡ ਵਰਕ ਦੇ ਨਾਲ ਉਹ ਇੱਕ ਨੋ ਹਾਓ, ਇੱਕ ਨੌਲੇਜ ਹੈਗੀ ਹੈ। ਅਸੀਂ ਇਹ ਦੇਖਦੇ ਹਾਂ ਕਿ ਜਿੰਨੇ ਵੀ ਪ੍ਰੋਜੈਕਟ ਅਸੀਂ ਕੀਤੇ ਨੇ ਔਰ ਇਹ ਆਪ ਵੀ ਸਾਰੇ ਜਾਣਦੇ ਹੋ ਕਿ ਕਦੀ ਵੀ ਲੋੜਵੰਦ ਨਹੀਂ ਖਤਮ ਹੁੰਦੇ। ਇੱਦਾਂ ਨਹੀਂ ਕਦੀ ਵੀ ਹੋਇਆ ਕਿਸੇ ਪ੍ਰੋਜੈਕਟ ਦੇ ਵਿੱਚ ਕਿ ਜੇ ਕਿਤੇ ਅਕਾਲ ਆਇਆ ਜਾਂ ਕਿਤੇ ਹੜ੍ਹ ਆਇਆ ਜਾਂ ਕਿਤੇ ਕੋਈ ਹੋਰ ਪ੍ਰੋਬਲਮ ਆਈ ਹੈ ਤੇ ਲੋੜਵੰਦ ਖਤਮ ਹੋ ਜਾਣ ਤੇ ਸਰਮਾਇਆ ਤੇ ਮਾਇਆ ਜਿਹੜੀ ਉਹ ਬਚ ਜਾਏ। ਇਸ ਤਰ੍ਹਾਂ ਨਹੀਂ ਕਦੀ ਹੋਇਆ ਕਰਦਾ। ਮਾਇਆ ਜਿੰਨੀ ਵੀ ਆਉਂਦੀ ਹੈ ਉਹ ਸਾਰੀ ਲੋੜਵੰਦਾਂ ਦੇ ਵਿੱਚ ਬੜੇ ਤਰੀਕੇ ਦੇ ਨਾਲ, ਬੜੀ ਤਰਤੀਬ ਦੇ ਨਾਲ ਅਸੀਂ ਲਗਾਉਂਦੇ ਹਾਂ। ਜਿਹੜੀ ਫੀਮਾ, ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਜਿਹੜੀ ਡਿਜ਼ਾਸਟਰ ਮੈਨੇਜਮੈਂਟ ਆਰਗੇਨਾਈਜੇਸ਼ਨ ਹੈ ਉਹਦੇ ਨਾਲ ਯੂਨਾਈਟਿਡ ਸਿੱਖਸ ਪਾਰਟਨਰਸ਼ਿਪ ਦੇ ਵਿੱਚ USA ਦੇ ਵਿੱਚ ਕੰਮ ਕਰਦਾ ਹੈ। ਇੱਕੋ ਇੱਕ ਸਿੱਖਾਂ ਦੀ ਸੰਸਥਾ ਹੈ। ਆਪ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ। ਇੱਕੋ ਇੱਕ ਸਿੱਖਾਂ ਦੀ ਸੰਸਥਾ ਯੂਨਾਈਟਿਡ ਸਿੱਖਸ ਜਿਹੜੀ ਕਿ ਯੂਨਾਈਟਿਡ ਨੇਸ਼ਨਸ ਦੇ ਨਾਲ ਅਫੀਲੀਏਟਿਡ ਹੈ, ਜਿਹੜੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੋਈ ਔਕੜ ਆਵੇ, ਕਿਤੇ ਵੀ ਕੋਈ ਮੁਸ਼ਕਲ ਆਵੇ, ਉੱਥੇ ਕੰਮ ਕਰਨਾ ਸਿਖਾਉਂਦੀ ਹੈ, ਉੱਥੇ ਕੰਮ ਕਰਨ ਲਈ ਪਹੁੰਚਦੀ ਹੈ। ਉਹਨਾਂ ਦੇ ਪੀਸ ਕੀਪਰਸ ਪਹੁੰਚਦੇ ਨੇ। ਸੋ ਸਾਨੂੰ ਕਦੀ ਵੀ ਇਹ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਮਹਿਸੂਸ ਹੁੰਦਾ ਕਿ ਯੂਨਾਈਟਿਡ ਸਿੱਖਸ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਕੋਈ ਸਾਡੇ ਕੋਲ ਗੌਰਮੈਂਟ ਫੰਡਿੰਗ ਨਹੀਂ ਆਉਂਦੀ। ਸਾਡੇ ਕੋਲ ਸਿਰਫ ਲੋਕਾਂ ਦੇ, ਜਿਹੜੇ ਸਾਡੇ ਸੰਗਤਾਂ ਦੇ, ਜਿਹੜੇ ਸਾਡੇ ਬਿਜ਼ਨਸਮੈਨ ਭਰਾਵਾਂ ਦੇ ਦਸਵੰਧ ਨੇ, ਉਹਨਾਂ ਦੇ ਰਾਹੀਂ ਹੀ ਇਹ ਸਾਰੇ ਪ੍ਰੋਜੈਕਟ ਚੱਲਦੇ ਨੇ। ਔਰ ਜਿੰਨੀ ਵੀ ਮਾਇਆ ਇਕੱਤਰ ਹੁੰਦੀ ਹੈ ਔਰ ਉਹ ਸਾਰੀ ਦੀ ਸਾਰੀ ਮਾਇਆ ਸਮੇਂ ਦਰ ਸਮੇਂ ਪ੍ਰੋਜੈਕਟ ਦੇ ਨਾਲ ਹੀ ਵਰਤ ਕੇ ਉੱਥੇ ਲਗਾ ਦਿੱਤੀ ਜਾਂਦੀ ਹੈ। ਸੋ ਇੱਕੋ ਹੀ ਆਸ ਹੈ, ਇੱਕੋ ਹੀ ਭਰੋਸਾ ਹੈ ਉਸ ਅਕਾਲ ਪੁਰਖ ਦਾ। ਗੁਰੂ ਸਾਹਿਬ ਵੀ ਸਾਨੂੰ ਦੱਸਦੇ ਹਨ, ਸੁਖਮਨੀ ਸਾਹਿਬ 'ਚ ਅਸੀਂ ਆਮ ਪੜ੍ਹਦੇ ਹਾਂ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸਕੇ ਦੀਏ ਰਹੇ ਅਗਾਏ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਸੋ
ਇਹ ਅਰਦਾਸ ਕਰੀਏ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋਂ ਨਾ ਹਮ ਗਿਰਤੇ, ਰੱਖ ਲੀਨੀ ਪੱਤ ਮੇਰੀ। ਸੋ ਇੰਨੀਆਂ ਬੇਨਤੀਆਂ, ਇੰਨੀਆਂ ਅਰਦਾਸਾਂ ਦੇ ਨਾਲ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਡਟ ਕੇ ਕਿਸਾਨ ਭਰਾਵਾਂ ਦੀ ਸੇਵਾ ਦੇ ਲਈ ਤੇ ਜਿੱਥੇ ਕਿਤੇ ਵੀ ਹੋਰ ਲੋੜਵੰਦਾਂ ਨੂੰ ਸੇਵਾ ਦੀ, ਕਿਸੇ ਸੰਭਾਲ ਦੀ, ਕਿਸੇ ਵੀ ਮਦਦ ਦੀ ਲੋੜ ਹੈ, ਡਟੇ ਰਹੋ, ਸੇਵਾ ਕਰਦੇ ਰਹੋ। ਸਾਡੇ ਜਿਹੜੇ ਸੈਲੈਬ੍ਰਿਟੀਜ਼ ਨੇ, ਸਾਡੇ ਜਿਹੜੇ ਵਲੰਟੀਅਰ ਭਰਾ ਨੇ, ਜਿਹੜੇ ਮੋਢੇ ਤਾਂ ਮੋਢਾ ਜੋੜ ਕੇ ਮੋਹਰੇ ਹੋ ਕੇ ਕੰਮ ਕਰਦੇ ਆ। ਅਸੀਂ ਤਾਂ ਇੱਥੇ ਬੈਠੇ ਵੀਡੀਓ ਬਣਾ ਕੇ ਪਾ ਦੇਣੀ ਆ ਤੇ ਜਾਂ ਅਸੀਂ ਕੋਈ ਫਾਈਨੈਂਸ਼ੀਅਲ ਏਡ ਜਾਂ ਕੋਈ ਪੈਕੇਜ ਅਨਾਉਂਸ ਕਰ ਦੇਣਾ, ਲੇਕਿਨ ਜਿਹੜੇ ਐਕਚੁਅਲੀ ਗਰਾਊਂਡ ਤੇ ਕੰਮ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਔਰ ਸਾਡੇ ਕਿਸਾਨ ਭਰਾਵਾਂ ਨੂੰ ਰੱਬ ਬਹੁਤ ਸ਼ਕਤੀ ਦੇਵੇ, ਬੜੀ ਹੱਲਾਸ਼ੇਰੀ ਦੇਵੇ, ਤਾਂ ਕਿ ਉਹ ਇਸੇ ਤਰੀਕੇ ਨਾਲ ਡਟ ਕੇ ਜੂਝਦੇ ਰਹਿਣ ਆਪਣੇ ਹੱਕਾਂ ਲਈ ਔਰ ਬਿਲਕੁਲ ਵੀ ਪਿੱਛੇ ਨਾ ਹਟਣ। ਉਹਨਾਂ ਦੇ ਨਾਲ ਅਸੀਂ ਜਿੰਨੀ ਵੀ ਸੇਵਾ, ਜਿੰਨੀ ਵੀ ਸਮਰੱਥਾ ਅਕਾਲ ਪੁਰਖ ਦੇ ਬਖਸ਼ਿਸ਼ ਦੁਆਰਾ ਆਪ ਸੰਗਤਾਂ ਦੇ ਥਰੂ ਸਾਡੇ ਕੋਲ ਆਏਗੀ, ਅਸੀਂ ਨਾਲ ਦੀ ਨਾਲ ਉਹਨਾਂ ਦੀ ਹੈਲਪ ਕਰਦੇ ਰਵਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਸੇ ਤਰ੍ਹਾਂ ਸਾਡੇ ਚੈਨਲਾਂ ਦੇ ਨਾਲ, ਸੋਸ਼ਲ ਮੀਡੀਆ ਦੇ ਨਾਲ ਜੁੜੇ ਰਹੋ ਔਰ ਸਹਿਯੋਗ ਦਿੰਦੇ ਰਹੋ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।